Hello students, how are you? I hope you all are fine. My name is Simranjit Kaur and I am here to explain Ektal in front of you. As we all know, in this lockdown period, the study is running through online method. So I, Simranjit Kaur, is here to explain Ektal in front of you in its Egun and Dogun Lekari or rhythm. So let's start with the description of Tal first. ਤਾਲ ਤਾਲ ਕਿਸ ਨੂੰ ਕਹਿੰਦੇ ਹਨ? ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਕੁਦਰਤ ਜੋ ਸਾਡੀ ਕੁਦਰਤ ਹੈ ਇਹ ਇੱਕ ਤਾਲ ਦੇ ਵਿੱਚ ਹੀ ਚੱਲਦੀ ਹੈ, ਲੈਅ ਦੇ ਵਿੱਚ ਚੱਲਦੀ ਹੈ। ਠੀਕ ਹੈ, ਕੁਦਰਤ ਸਮੇਂ ਦੇ ਵਿੱਚ ਵੱਜੀ ਹੁੰਦੀ ਹੈ, ਸਮੇਂ ਦੇ ਨਿਯਮਾਂ ਦੇ ਵਿੱਚ ਵੱਜੀ ਹੁੰਦੀ ਹੈ। ਉਹ ਆਪਣੇ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਨਿਖਾਰਦੀ ਹੈ, ਸਵਾਰਦੀ ਹੈ। ਜਿਵੇਂ ਕਿ ਦਿਨ ਅਤੇ ਰਾਤ। ਦਿਨ ਆਪਣੇ ਸਮੇਂ ਦੇ ਅਨੁਸਾਰ ਚੜ੍ਹਦਾ ਹੈ, ਜਦੋਂ ਸੂਰਜ ਚੜ੍ਹਦਾ ਹੈ ਤਾਂ ਦਿਨ ਚੜ੍ਹਦਾ ਹੈ, ਅਤੇ ਆਪਣੇ ਸਮੇਂ ਦੇ ਅਨੁਸਾਰ ਹੀ ਜਦੋਂ ਸੂਰਜ ਛਿਪ ਜਾਂਦਾ ਹੈ ਤਾਂ ਦਿਨ ਖਤਮ ਹੋ ਜਾਂਦਾ ਹੈ ਔਰ ਰਾਤ ਹੋ ਜਾਂਦੀ ਹੈ। ਰਾਤ ਔਰ ਦਿਨ ਇਹ ਦੋਵੇਂ ਵੀ ਇੱਕ ਸਮੇਂ ਦੇ ਨਿਯਮ ਦੇ ਵਿੱਚ ਬੱਝੇ ਹੁੰਦੇ ਹਨ, ਸਮੇਂ ਦੇ ਅਨੁਸਾਰ ਹੀ ਚੱਲਦੇ ਹਨ। ਜਿਵੇਂ ਸਵੇਰ ਹੁੰਦੀ ਹੈ, ਸੂਰਜ ਚੜ੍ਹਦਾ ਹੈ ਅਤੇ ਦਿਨ ਹੋ ਜਾਂਦਾ ਹੈ, ਅਤੇ ਸ਼ਾਮ ਨੂੰ ਜਦੋਂ ਸੂਰਜ ਛਿਪ ਜਾਂਦਾ ਹੈ, ਦਿਨ ਢਲ ਜਾਂਦਾ ਹੈ ਤਾਂ ਰਾਤ ਹੋ ਜਾਂਦੀ ਹੈ ਔਰ ਚੰਦਰਮਾ ਦਿਸਣ ਲੱਗ ਜਾਂਦਾ ਹੈ। ਉਵੇਂ ਹੀ ਸਾਡਾ ਸੰਗੀਤ ਹੈ ਵਿਦਿਆਰਥੀਓ। ਸੰਗੀਤ ਸਾਡਾ ਜੋ ਕਿ ਇੱਕ ਤਾਲ ਦੇ ਵਿੱਚ ਬੱਝਿਆ ਹੁੰਦਾ ਹੈ। ਅਸੀਂ ਇੱਕ ਤਾਲ ਦੇ ਵਿੱਚ, ਇੱਕ ਤਾਲ ਦੇ ਨਿਯਮਾਂ ਦੇ ਵਿੱਚ ਰਹਿ ਕੇ ਹੀ ਸੰਗੀਤ ਨੂੰ ਗਾ ਵਜਾ ਅਤੇ ਲਿਖ ਸਕਦੇ ਹਾਂ। ਬਿਨਾਂ ਤਾਲ ਦੇ ਸੰਗੀਤ ਦਾ ਕੋਈ ਵਜੂਦ ਨਹੀਂ ਹੈ। ਨਾ ਇਸ ਨੂੰ ਲਿਖਿਆ ਜਾ ਸਕਦਾ ਹੈ, ਨਾ ਇਸ ਨੂੰ ਵਜਾਇਆ ਜਾ ਸਕਦਾ ਹੈ, ਅਤੇ ਨਾ ਹੀ ਇਸ ਨੂੰ ਗਾਇਆ ਜਾ ਸਕਦਾ ਹੈ। ਇਹ ਸਭ ਕੁਝ ਤਾਲ ਦੇ ਵਿੱਚ ਵੱਜ ਕੇ ਹੀ ਹੁੰਦਾ ਹੈ। ਸੰਗੀਤ ਗਾਉਣ ਵਜਾਉਣ ਲਈ ਵਿਦਿਆਰਥੀਆਂ ਨੂੰ ਵਧੀਆ ਤਰ੍ਹਾਂ ਨਾਲ ਸੰਗੀਤ ਗਾਉਣ ਵਜਾਉਣ ਦੇ ਲਈ ਤਾਲ ਦਾ ਗਿਆਨ ਹੋਣਾ ਬਹੁਤ ਲਾਜ਼ਮੀ ਹੈ, ਜ਼ਰੂਰੀ ਹੈ। ਸੰਗੀਤ ਗਾਉਣ ਵਜਾਉਣ ਲਈ ਤਾਲ ਦੇ ਨਿਯਮਾਂ ਦਾ ਮੀਨਸ ਮਾਤਰਾਵਾਂ ਦਾ, ਸਮ ਦਾ, ਆਦਿ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਸੰਗੀਤ ਤਾਲ ਜਿਹੜੀ ਸਾਡੀ ਹੈ ਉਹ ਸਾਡੇ ਸੰਗੀਤ ਦਾ ਇੱਕ ਅਨਿੱਖੜਵਾਂ ਅੰਗ ਹੈ। ਅਨਿੱਖੜਵਾਂ ਮੀਨਸ ਤੁਸੀਂ ਤਾਲ ਔਰ ਸੰਗੀਤ ਨੂੰ ਵੱਖਰਾ ਵੱਖਰਾ ਨਹੀਂ ਕਰ ਸਕਦੇ। ਸਾਡਾ ਸੰਗੀਤ ਤਾਲ ਦੇ ਵਿੱਚ ਹੀ ਲਿਖਿਆ ਜਾਂਦਾ ਹੈ, ਗਾਇਆ ਵਜਾਇਆ ਜਾਂਦਾ ਹੈ। ਬਿਨਾਂ ਤਾਲ ਦੇ ਨਾ ਸੰਗੀਤ ਨੂੰ ਲਿਖਿਆ ਜਾ ਸਕਦਾ ਹੈ, ਨਾ ਸੰਗੀਤ ਗਾਇਆ ਵਜਾਇਆ ਜਾ ਸਕਦਾ ਹੈ। ਇਸ ਲਈ ਤਾਲ ਔਰ ਸੰਗੀਤ ਦੋਨੋਂ ਹੀ ਇੱਕ ਹੀ ਪਹਿਲੂ ਹਨ। ਮੀਨਸ ਤਾਲ ਦੇ ਵਿੱਚ ਹੀ ਸੰਗੀਤ ਨੂੰ ਲਿਖਿਆ ਜਾ ਸਕਦਾ ਹੈ, ਗਾਇਆ ਵਜਾਇਆ ਜਾ ਸਕਦਾ ਹੈ। ਇੱਥੇ ਮੈਂ ਇੱਕ ਦਿਨ ਔਰ ਰਾਤ ਦੀ ਇੱਕ ਐਗਜ਼ਾਮਪਲ ਲਈ ਹੈ। ਐਗਜ਼ਾਮਪਲ ਇੱਕ GIF ਲਈ ਹੈ, ਜਿਸ ਵਿੱਚ ਕਿ ਦਿਨ ਚੜ੍ਹਦਾ ਹੋਇਆ ਦਿਖਾਈ ਦੇ ਰਿਹਾ ਹੈ ਆਪਣੇ ਸਮੇਂ ਦੇ ਅਨੁਸਾਰ, ਔਰ ਆਪਣੇ ਸਮੇਂ ਦੇ ਅਨੁਸਾਰ ਹੀ ਢਲ ਜਾਂਦਾ ਹੈ ਔਰ ਰਾਤ ਹੋ ਜਾਂਦੀ ਹੈ। ਅਤੇ ਇੱਥੇ ਇੱਕ ਰਾਤ ਦਾ ਇੱਕ ਦ੍ਰਿਸ਼ ਪੇਸ਼ ਕੀਤਾ ਗਿਆ ਹੈ। ਹੁਣ ਤੱਕ ਜਿੰਨੀਆਂ ਤਾਲਾਂ ਕਰ ਚੁੱਕੇ ਹਾਂ ਉਹਨਾਂ ਦਾ ਇੱਕ ਬਰੀਫ ਲੈਂਦੇ ਹਾਂ। ਆਪਾਂ ਹੁਣ ਤੱਕ 3 ਤਾਲਾਂ ਕਰ ਚੁੱਕੇ ਹਾਂ: ਦਾਦਰਾ ਤਾਲ, 3 ਤਾਲ ਅਤੇ ਰੂਪਕ ਤਾਲ। ਦਾਦਰਾ ਤਾਲ ਸਾਡੀ ਪਹਿਲੀ ਤਾਲ ਸੀ ਦਾਦਰਾ ਤਾਲ। ਦਾਦਰਾ ਤਾਲ ਤਬਲੇ ਦੀ ਤਾਲ ਹੈ। ਇਸ ਦੀਆਂ 6 ਮਾਤਰਾਵਾਂ ਹੁੰਦੀਆਂ ਹਨ। 3-3 ਮਾਤਰਾਵਾਂ ਦੇ 2 ਵਿਭਾਗ ਹੁੰਦੇ ਹਨ। ਪਹਿਲੀ ਮਾਤਰਾ 'ਤੇ ਸਮ ਅਤੇ ਚੌਥੀ ਮਾਤਰਾ 'ਤੇ ਖਾਲੀ ਹੁੰਦੀ ਹੈ। ਉਸ ਤੋਂ ਬਾਅਦ ਸਾਡੀ ਸੀ 3 ਤਾਲ। 3 ਤਾਲ ਵੀ ਤਬਲੇ ਦੀ ਹੀ ਤਾਲ ਹੈ। ਇਸ ਦੀਆਂ 16 ਮਾਤਰਾਵਾਂ ਹੁੰਦੀਆਂ ਹਨ। 4-4 ਮਾਤਰਾਵਾਂ ਦੇ 4 ਵਿਭਾਗ ਹੁੰਦੇ ਹਨ। ਪਹਿਲੀ ਮਾਤਰਾ 'ਤੇ ਸਮ, 5ਵੀਂ ਅਤੇ 13ਵੀਂ ਮਾਤਰਾ 'ਤੇ ਕ੍ਰਮਵਾਰ ਦੂਜੀ ਅਤੇ ਤੀਜੀ ਤਾਲੀ ਆ ਜਾਂਦੀ ਹੈ, ਅਤੇ 9ਵੀਂ ਮਾਤਰਾ 'ਤੇ ਖਾਲੀ ਹੁੰਦੀ ਹੈ। ਇਸ ਤਾਲ ਦਾ ਅਭਿਆਸ ਕਰਨ ਨਾਲ ਬਾਕੀ ਦੀਆਂ ਤਾਲਾਂ ਆਸਾਨ ਹੋ ਜਾਂਦੀ ਹੈ। ਵਿਦਿਆਰਥੀਓ, ਬੱਚਿਓ, ਜੇ ਤੁਸੀਂ ਇਸ ਤਾਲ ਦਾ ਅਭਿਆਸ ਵਧੀਆ ਤਰੀਕੇ ਨਾਲ ਕਰ ਲਓਗੇ, ਵਧੀਆ ਤਰੀਕੇ ਨਾਲ ਇਸ ਤਾਲ ਨੂੰ ਵਜਾਉਣਾ ਸਿੱਖ ਲਵੋਗੇ, ਤਾਂ ਤੁਹਾਨੂੰ ਬਾਕੀ ਦੀਆਂ ਤਾਲਾਂ ਵਜਾਉਣੀਆਂ ਬਹੁਤ ਹੀ ਜ਼ਿਆਦਾ ਆਸਾਨ ਹੋ ਜਾਣਗੀਆਂ। ਉਸ ਤੋਂ ਬਾਅਦ ਸਾਡੀ ਸੀ ਰੂਪਕ ਤਾਲ। ਰੂਪਕ ਤਾਲ 7 ਮਾਤਰਾਵਾਂ ਦੀ ਤਾਲ ਹੁੰਦੀ ਹੈ। 3-2-2 ਦੇ 3 ਵਿਭਾਗ ਹੁੰਦੇ ਹਨ। ਹੁਣ ਇਸ ਦੀ ਖਾਸ ਗੱਲ ਕੀ ਸੀ? ਇਸ ਦੀ ਖਾਸ ਗੱਲ ਇਹ ਹੈ ਕਿ ਇਸ ਦੇ ਸਮ 'ਤੇ ਹੀ ਖਾਲੀ ਆ ਜਾਂਦੀ ਹੈ। ਸਮ 'ਤੇ ਖਾਲੀ ਮੀਨਸ ਕਿ ਇਸ ਦੀ ਪਹਿਲੀ ਮਾਤਰਾ ਦੇ ਉੱਤੇ ਸਮ 'ਤੇ ਖਾਲੀ ਆਉਂਦੀ ਹੈ। ਬਾਕੀ ਜਿੰਨੀਆਂ ਵੀ ਸਾਡੇ ਸੰਗੀਤ ਵਿੱਚ ਤਾਲਾਂ ਹਨ ਉਹਨਾਂ ਦੀ
ਸਾਰੀ ਤਾਲਾਂ ਦੇ ਪਹਿਲੀ ਮਾਤਰਾ ਤੇ ਸਮ ਤੇ ਤਾਲੀ ਹੁੰਦੀ ਹੈ। ਸਮ ਮੀਨਸ ਸਮ ਦੇ ਉੱਤੇ ਹੀ ਤਾਲੀ ਆਉਂਦੀ ਹੈ, ਪਰ ਇੱਕ ਸਿਰਫ ਇਹੀ ਰੂਪਕ ਤਾਲ ਹੀ ਹੈ ਜਿਸ ਦੀ ਪਹਿਲੀ ਮਾਤਰਾ ਤੇ ਮੀਨਸ ਸਮ ਦੇ ਉੱਤੇ ਹੀ ਖਾਲੀ ਹੁੰਦੀ ਹੈ। ਹੁਣ ਅਸੀਂ ਵਧਦੇ ਹਾਂ ਆਪਣੇ ਅੱਜ ਦੇ ਟੌਪਿਕ ਵੱਲ। ਅੱਜ ਦਾ ਸਾਡਾ ਟੌਪਿਕ ਸੀ ਏਕਤਾਲ। ਅੱਜ ਦਾ ਸਾਡਾ ਟੌਪਿਕ ਹੈ ਏਕਤਾਲ। ਏਕਤਾਲ ਆਮ ਤੌਰ 'ਤੇ ਕਲਾਸੀਕਲ ਸੰਗੀਤ ਲਈ ਵਰਤੇ ਜਾਂਦੇ ਹੈ, ਜਿਵੇਂ ਕਿ ਖਿਆਲ, ਸੈਮੀ ਕਲਾਸੀਕਲ ਗਤਾਂ, ਸ਼ਬਦ, ਭਜਨ, ਛੋਟੇ ਖਿਆਲ ਆਦਿ। ਬਹੁਤ ਸਾਰੇ ਖੂਬਸੂਰਤ ਕਾਇਦੇ ਵੀ ਇਸ ਵਿੱਚ ਗਾਏ ਜਾਂਦੇ ਹਨ, ਗਾਏ ਵਜਾਏ ਜਾਂਦੇ ਹਨ, ਪਰ ਜ਼ਿਆਦਾਤਰ ਇਹ ਵਿਲੰਬਿਤ ਗਤਾਂ ਵਿੱਚ ਹੀ ਵਜਾਈ ਜਾਂਦੀ ਹੈ। ਵਿਲੰਬਿਤ ਗਤਾਂ ਮੀਨਸ ਛੋਟੇ ਖਿਆਲ, ਇਹਨਾਂ ਨਾਲ ਹੀ ਵਜਾਈ ਜਾਂਦੀ ਹੈ। ਇਸ ਦੇ ਤਿਰਕਿਟ ਬੋਲ ਨੂੰ ਜਦੋਂ ਦਰੁੱਤ ਲੈਅ ਦੇ ਵਿੱਚ ਤਬਲੇ ਦੇ ਉੱਤੇ ਵਜਾਇਆ ਜਾਂਦਾ ਹੈ ਤਾਂ ਇਸ ਨੂੰ ਤਰਾਕਾ ਦੀ ਤਰ੍ਹਾਂ ਵਜਾਇਆ ਜਾਂਦਾ ਹੈ। ਉਹ ਜਦੋਂ ਤੁਸੀਂ ਇਸ ਤਾਲ ਨੂੰ ਤਬਲੇ ਦੇ ਉੱਤੇ ਕਰੋਗੇ ਉਦੋਂ ਤੁਹਾਨੂੰ ਪਤਾ ਲੱਗੇਗਾ, ਹਜੇ ਸਿਰਫ ਤੁਸੀਂ ਇਸ ਨੂੰ ਆਪਣੇ ਹੱਥ ਦੇ ਉੱਤੇ ਹੀ ਪ੍ਰੈਕਟਿਸ ਕਰੋ ਇਸ ਦੀ। ਇਹ ਮੇਨ ਤਬਲੇ ਦੀ ਹੀ ਤਾਲ ਹੈ। ਏਕ ਤਾਲ ਦੀਆਂ 12 ਮਾਤਰਾਵਾਂ ਹੁੰਦੀਆਂ ਹਨ। ਇਸ ਤਾਲ ਦੇ 6 ਵਿਭਾਗ ਹੁੰਦੇ ਹਨ। ਦੋ ਮਾਤਰਾਵਾਂ ਦੇ 6 ਵਿਭਾਗ ਹੁੰਦੇ ਹਨ। ਪਹਿਲੀ ਮਾਤਰਾ ਤੇ ਸਮ, ਪੰਜਵੀਂ, 9ਵੀਂ ਤੇ 11ਵੀਂ ਮਾਤਰਾ ਤੇ ਕ੍ਰਮਵਾਰ ਦੂਜੀ, ਤੀਜੀ ਤੇ ਚੌਥੀ ਤਾਲੀ ਹੁੰਦੀ ਹੈ। ਤੀਜੀ ਤੇ 7ਵੀਂ ਮਾਤਰਾ ਤੇ ਇਸ ਦੇ ਖਾਲੀ ਹੁੰਦੀ ਹੈ। ਇਸ ਤਾਲ ਨੂੰ ਏਕ ਤਾਲ ਨੂੰ ਸੰਸਕ੍ਰਿਤ ਵਿੱਚ ਵਰਣਯਤੀ ਕਿਹਾ ਜਾਂਦਾ ਹੈ। ਫਾਰਮ ਆਫ ਏਕਤਾਲ। ਫਾਰਮ ਆਫ ਏਕਤਾਲ ਮੀਨਸ ਏਕਤਾਲ ਨੂੰ ਤੁਸੀਂ ਆਪਣੇ ਹੱਥ ਦੇ ਉੱਤੇ ਕਿਸ ਤਰ੍ਹਾਂ ਵਜਾ ਸਕਦੇ ਹੋ। ਏਕਤਾਲ ਜਦੋਂ ਅਸੀਂ ਸ਼ੁਰੂ ਕਰਨੀ ਹੈ ਤਾਂ ਸਮ ਆਉਂਦਾ ਹੈ। ਸਭ ਤੋਂ ਪਹਿਲਾਂ ਸਮ ਦੇ ਉੱਤੇ ਹੀ ਤਾਲੀ ਹੁੰਦੀ ਹੈ। ਤਾਲੀ ਮੀਨਸ ਕਲੈਪ, ਕਲੈਪ ਮੀਨਸ ਤਾਲੀ, ਆਪਣੇ ਹੱਥ ਦੇ ਉੱਤੇ ਤਾਲੀ ਵਜਾਣੀ ਹੈ। ਉਸ ਤੋਂ ਬਾਅਦ ਹੈ ਟੈਪ, ਟੈਪ ਮੀਨਸ ਆਪਣੇ ਪਾਮ ਨੂੰ ਫਿੰਗਰ ਨਾਲ ਟੱਚ ਕਰਨਾ ਹੈ। ਮੀਨਸ ਕਲੈਪ ਤੇ ਤਾਲੀ, ਟੈਪ ਤੇ ਆਪਣੀ ਫਿੰਗਰ ਨਾਲ ਆਪਣੇ ਪਾਮ ਨੂੰ ਟੱਚ ਕਰਨਾ ਹੈ। ਉਸ ਤੋਂ ਬਾਅਦ ਵੇਵ, ਵੇਵ ਮੀਨਸ ਆਪਣਾ ਹੱਥ ਸਿੰਪਲ ਖਾਲੀ ਇੱਦਾਂ ਹੀ ਹਿਲਾ ਦੇਣਾ ਹੈ, ਜਸਟ ਵੇਵ ਕਰ ਦੇਣਾ ਹੈ। ਉਸ ਤੋਂ ਬਾਅਦ ਫਿਰ ਟੈਪ, ਟੈਪ ਮੀਨਸ ਫਿਰ ਆਪਣੇ ਪਾਮ ਨੂੰ ਫਿੰਗਰ ਨਾਲ ਟੱਚ ਕਰਨਾ ਹੈ। ਮੈਂ ਇੱਕ ਵਾਰੀ ਤੁਹਾਨੂੰ ਇਸ ਦੀ ਫਾਰਮ ਆਪਣੇ ਹੱਥ ਦੇ ਉੱਤੇ ਵਜਾ ਕੇ ਦਿਖਾ ਦਿੰਦੀ ਹਾਂ। ਫਾਰਮ ਆਫ ਏਕਤਾਲ: ਕਲੈਪ, ਟੈਪ, ਵੇਵ, ਟੈਪ, ਕਲੈਪ, ਟੈਪ, ਵੇਵ, ਟੈਪ, ਕਲੈਪ, ਟੈਪ, ਕਲੈਪ, ਟੈਪ। ਠੀਕ ਹੈ, ਸਮਝ ਲੱਗ ਗਈ ਤੁਹਾਨੂੰ? ਇਹ ਸੀਗੀ ਇਸ ਦੀ ਫਾਰਮ। ਹੁਣ ਆਪਣੀ ਏਕਤਾਲ 'ਤੇ ਆਉਂਦੇ ਹਾਂ। ਇੱਥੇ ਮੈਂ ਇੱਕ ਏਕਤਾਲ ਬਣਾਈ ਹੈ, ਏਕਤਾਲ ਦਾ ਪੂਰਾ ਟੇਬਲ ਬਣਾਇਆ ਹੋਇਆ ਹੈ। ਇਸ ਵਿੱਚ 12 ਮਾਤਰਾਵਾਂ ਹਨ। 12 ਮਾਤਰਾਵਾਂ ਤੁਹਾਡੇ ਸਾਹਮਣੇ ਹੀ ਹਨ। 6 ਵਿਭਾਗ ਬਣਾਏ ਗਏ ਹਨ ਅਤੇ 2 ਮਾਤਰਾਵਾਂ ਦੇ 6 ਵਿਭਾਗ ਹਨ, ਜਿਵੇਂ ਪਹਿਲਾ, ਦੂਸਰਾ, ਤੀਸਰਾ, ਚੌਥਾ, ਪੰਜਵਾਂ, 6ਵਾਂ। ਇਹ 6 ਵਿਭਾਗ ਬਣਾਏ ਹਨ। ਠੀਕ ਹੈ। ਉਸ ਤੋਂ ਬਾਅਦ ਆ ਗਿਆ ਇਸ ਦੇ ਨਿਸ਼ਾਨ, ਚਿੰਨ੍ਹ, ਜਿਹੜੇ ਕਿ ਸਮ, ਤਾਲੀ, ਖਾਲੀ ਨੂੰ ਰਿਪਰੈਜ਼ੈਂਟ ਕਰਦੇ ਹਨ। ਸਮ ਜਿਹੜਾ ਕ੍ਰੋਸ ਬਣਾਇਆ ਗਿਆ ਹੈ ਇਸ ਨੂੰ ਸਮ ਕਹਿੰਦੇ ਹਨ। ਜਿਹੜਾ ਇਹ 0 ਲਿਖਿਆ ਹੈ ਇਹ ਇੱਕ ਖਾਲੀ ਨੂੰ ਰਿਪਰੈਜ਼ੈਂਟ ਕਰਦਾ ਹੈ। ਨੰਬਰ 2 ਮੀਨਸ ਕਿ ਇਹ ਇੱਥੇ ਦੂਸਰੀ ਤਾਲੀ ਹੈ। ਫਿਰ ਉਸ ਤੋਂ ਬਾਅਦ ਫਿਰ 0 ਦਾ ਨਿਸ਼ਾਨ ਹੈ, ਮੀਨਸ ਇੱਥੇ ਫਿਰ ਖਾਲੀ ਹੈ। ਫਿਰ ਤੀਸਰਾ ਨੰਬਰ 3 ਮੀਨਸ ਇਸ ਦੇ ਉੱਤੇ ਤੀਸਰੀ ਤਾਲੀ ਹੈ। 9ਵੀਂ ਮਾਤਰਾ 'ਤੇ ਤੀਜੀ ਤਾਲੀ ਹੈ। ਚੌਥਾ ਮੀਨਸ ਇਸ ਦੇ ਉੱਤੇ ਚੌਥੀ ਤਾਲੀ ਹੈ। 11ਵੀਂ ਮਾਤਰਾ ਦੇ ਉੱਤੇ ਚੌਥੀ ਤਾਲੀ ਹੈ। ਠੀਕ ਹੈ। ਉਸ ਤੋਂ ਬਾਅਦ ਆ ਗਏ ਇਸ ਦੇ ਬੋਲ। ਇਸ ਦੇ ਬੋਲ ਸਭ ਤੋਂ ਪਹਿਲਾਂ ਲਿਖੀ ਹੋਈ ਹੈ ਇਸ ਦੀ 1 ਗੁਣ, ਮੀਨਸ ਸਿੰਪਲ ਇਸ ਦੇ ਬੋਲ ਲਿਖੇ ਹੋਏ ਹਨ। ਉਸ ਤੋਂ ਬਾਅਦ ਇਸ ਦੀ 2 ਗੁਣ ਲਿਖੀ ਗਈ ਹੈ। ਤੁਸੀਂ ਇਸ ਨੂੰ ਐਜ਼ ਇਟ ਇਜ਼ ਹੀ ਇਸੇ ਤਰ੍ਹਾਂ ਹੀ ਆਪਣੀ ਕਾਪੀਜ਼ ਦੇ ਉੱਤੇ ਉਤਾਰ ਸਕਦੇ ਹੋ। ਜੇਕਰ ਇਹ ਤੁਹਾਡੇ ਇੱਕ ਪੇਜ 'ਤੇ ਪੂਰੀ ਨਹੀਂ ਆਉਂਦੀ ਤਾਂ ਉਸ ਨੂੰ ਤੁਸੀਂ ਇਸ ਤਰ੍ਹਾਂ ਡਬਲ ਪੇਜ ਲੈ ਸਕਦੇ ਹੋ, ਇਸ ਦੇ ਉੱਤੇ ਡਬਲ ਪੇਜ ਦੇ ਉੱਤੇ ਲਿਖ ਸਕਦੇ ਹੋ, ਪਰ ਇਸ ਨੂੰ ਤੁਸੀਂ ਉੱਪਰ ਨੀਚੇ ਕਰਕੇ ਨਹੀਂ ਲਿਖ ਸਕਦੇ, ਜਾਂ ਫਿਰ ਇਸ ਤਰ੍ਹਾਂ ਪੇਜ ਕਰਕੇ ਇੱਦਾਂ ਲਿਖ ਲਓ, ਬਟ ਇਸ ਨੂੰ ਉੱਪਰ ਨੀਚੇ ਕਰਕੇ ਤੁਸੀਂ ਨਹੀਂ ਲਿਖਣਾ। ਮੈਂ ਇੱਕ ਵਾਰੀ ਤੁਹਾਨੂੰ ਇਸ ਦੀ ਆਡੀਓ ਰਿਕਾਰਡ ਕੀਤੀ ਹੋਈ ਹੈ, ਉਹ ਸੁਣ ਲਓ ਕਲੈਰੀਫਿਕੇਸ਼ਨ ਵਾਸਤੇ। ਫਿਰ ਉਸ ਤੋਂ ਬਾਅਦ ਮੈਂ ਖੁਦ ਵੀ ਤੁਹਾਨੂੰ ਇਹ ਵਜਾ ਕੇ ਦਿਖਾਵਾਂਗੀ। ਇੱਕ ਵਾਰੀ ਇਸ ਦੀ ਆਡੀਓ ਧਿਆਨ ਨਾਲ ਸੁਣਨਾ। धागे तिरकिट तू नाक ता धागे तिरकिट धिन्ना। ਹੁਣ ਇਸ ਦੀ 2 ਗੁਣ। ਦਿਨ ਦਿਨ धागे तिरकिट तू नाक ता धागे तिरकिट धिन्ना। दिन दिन धागे तिरकिट तू नाक ता धागे तिरकिट धिन्ना।
ठीक है बच्चों, ध्यान नाल सुनी सारिਆਂ ने। ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਖੁਦ ਵੀ ਆਪਣੇ ਹੱਥ ਦੇ ਉੱਤੇ ਇਹ ਵਜਾ ਕੇ ਦਿਖਾਵਾਂਗੀ। ਧਿਆਨ ਨਾਲ ਦੇਖਣਾ ਔਰ ਧਿਆਨ ਨਾਲ ਸਮਝਣਾ। ਜਿੱਥੇ ਕਿਤੇ ਕਨਫਿਊਜ਼ਨ ਹੋਵੇ ਨੀਚੇ ਕਮੈਂਟ ਸੈਕਸ਼ਨ ਵਿੱਚ ਤੁਸੀਂ ਮੈਨੂੰ ਪੁੱਛ ਸਕਦੇ ਹੋ। ਠੀਕ ਹੈ। एक गुण, दिन दिन धागे तिरकट तू ना क ता धागे तिरकट दिन ना। ठीक है, ਇਹ ਸੀ ਇਸ ਦੀ ਇੱਕ ਗੁਣ। ਇੱਕ ਗੱਲ ਹੋਰ ਬੱਚਿਓ ਤੁਸੀਂ ਧਿਆਨ ਵਿੱਚ ਰੱਖਣੀ ਹੈ, ਜਿਸ ਲੈਅ ਦੇ ਵਿੱਚ, ਜਿਸ ਸਪੀਡ ਦੇ ਵਿੱਚ ਤੁਸੀਂ ਇਸ ਦੀ ਇੱਕ ਗੁਣ ਵਜਾਓਗੇ, ਉਸ ਤੋਂ ਡਬਲ ਲੈਅ ਦੇ ਵਿੱਚ ਮੀਨਸ ਦੁੱਗਣ ਲੈਅ ਦੇ ਵਿੱਚ ਤੁਸੀਂ ਇਸ ਦੀ ਦੁੱਗਣ ਵਜਾਣੀ ਹੈ। ਜੇਕਰ ਤੁਸੀਂ ਇਸ ਦੀ ਇੱਕ ਗੁਣ ਸਲੋ ਵਜਾਓਗੇ ਤਾਂ ਤੁਹਾਡੇ ਕੋਲੋਂ ਦੁੱਗਣ ਇਸ ਦੀ ਬਹੁਤ ਹੀ ਆਰਾਮ ਨਾਲ, ਆਸਾਨੀ ਨਾਲ ਵੱਜ ਜਾਏਗੀ, ਕਿਉਂਕਿ ਸ਼ੁਰੂਆਤ ਵਿੱਚ ਇਸ ਦੀ ਦੁੱਗਣ ਵਜਾਉਣੀ ਔਖੀ ਲੱਗਦੀ ਹੈ। ਪਰ ਜਦੋਂ ਤੁਹਾਨੂੰ ਇਸ ਦਾ ਅਭਿਆਸ ਹੋ ਜਾਏਗਾ ਤਾਂ ਤੁਸੀਂ ਇਸ ਦੀ ਸਪੀਡ ਨੂੰ ਵਧਾ ਸਕਦੇ ਹੋ, ਤੇਜ਼ ਕਰ ਸਕਦੇ ਹੋ। ਪਰ ਸ਼ੁਰੂਆਤ ਕਰਨ ਵਾਸਤੇ ਤੁਹਾਨੂੰ ਇਸ ਦੀ ਲੈਅ ਨੂੰ ਸਲੋ ਹੀ ਰੱਖਣਾ ਪਏਗਾ। ਜਿਵੇਂ ਮੈਂ ਤੁਹਾਨੂੰ ਦੋਨੋਂ ਇਕੱਠੀਆਂ ਵਜਾ ਕੇ ਇੱਕ ਵਾਰੀ ਦਿਖਾ ਦਿੰਦੀ ਹਾਂ। दिन दिन धागे तिरकट तू ना क ता धागे तिरकट दिन ना। दिन दिन धागे तिरकट तू ना क ता धागे तिरकट दिन ना। दिन दिन धागे तिरकट तू ना क ता धागे तिरकट दिन ना। ਜਿਸ ਲੈਅ ਦੇ ਵਿੱਚ ਤੁਸੀਂ ਪਹਿਲੀ ਇੱਕ ਗੁਣ ਨੂੰ ਵਜਾਇਆ ਸੀ, ਪਹਿਲਾਂ ਇੱਕ ਗੁਣ ਨੂੰ ਵਜਾਇਆ ਸੀ, ਉਸ ਤੋਂ ਡਬਲ ਲੈਅ ਦੇ ਵਿੱਚ ਉਸ ਦੀ ਦੁੱਗਣ ਨੂੰ ਵਜਾਉਣਾ ਹੈ। ਜੇਕਰ ਥੋੜ੍ਹਾ ਜਿਹਾ ਵੀ ਲੈਅ ਦਾ ਉੱਪਰ ਨੀਚੇ ਹੋ ਜਾਏਗੀ ਤਾਂ ਤੁਹਾਡੀ ਤਾਲ ਨਾ ਸੁਣਨ ਵਿੱਚ ਅੱਛੀ ਲੱਗੇਗੀ, ਨਾ ਵਜਾਉਣ ਵਿੱਚ ਵਧੀਆ ਲੱਗੇਗੀ। ਇਸ ਕਰਕੇ ਹਰ ਤਾਲ ਵਿੱਚ ਉਸ ਦੀ ਲੈਅ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਹੈ। ਤਾਂ ਹੀ ਤੁਸੀਂ ਵਧੀਆ ਤਰੀਕੇ ਨਾਲ ਸੰਗੀਤ ਨੂੰ ਸਿੱਖ ਸਕੋਗੇ, ਸੰਗੀਤ ਨੂੰ ਸਮਝ ਸਕੋਗੇ। ਸਿਰਫ ਇਹਦੇ ਵਿੱਚ ਮੈਂ ਸਿਰਫ ਜਿਹੜਾ ਪਿੱਛੇ ਟੇਬਲ ਬਣਾਇਆ ਹੈ ਉਸ ਨੂੰ ਡਿਸਕ੍ਰਾਈਬ ਕੀਤਾ ਹੈ ਕਿ ਫਸਟ ਰੋ ਮਾਤਰਾਵਾਂ ਹਨ, ਜਿਵੇਂ ਕਿ 12 ਮਾਤਰਾਵਾਂ। ਸੈਕਿੰਡ ਰੋ ਦੇ ਵਿੱਚ ਚਿੰਨ੍ਹ ਦੱਸੇ ਗਏ ਹਨ, ਸਾਮ, ਖਾਲੀ, ਤਾਲੀ ਕਿਹੜੀ ਮਾਤਰਾ 'ਤੇ ਆਉਂਦੀ ਹੈ ਉਹ ਦੱਸਿਆ ਗਿਆ ਹੈ। ਥਰਡ ਰੋ ਵਿੱਚ ਇਸ ਦੇ ਬੋਲ ਦੱਸੇ ਗਏ ਹਨ, ਇੱਕ ਗੁਣ ਲਿਖੀ ਹੋਈ ਹੈ। ਫੋਰਥ ਰੋ ਦੇ ਵਿੱਚ ਇਸ ਦੀ ਦੁੱਗਣ ਲਿਖੀ ਹੋਈ ਹੈ। ਠੀਕ ਹੈ ਬੱਚਿਓ, ਅੱਜ ਦਾ ਟੌਪਿਕ ਸਾਡਾ ਇੱਥੇ ਹੀ ਖਤਮ ਸੀ। ਜਸਟ ਮੈਂ ਤੁਹਾਨੂੰ ਇੱਥੇ ਇੱਕ ਹੀ ਗੱਲ ਕਹਿਣਾ ਚਾਹਾਂਗੀ ਪੇਰੈਂਟਸ ਨੂੰ ਵੀ ਔਰ ਬੱਚਿਆਂ ਨੂੰ ਵੀ, that we are not a team because we work together. We are a team because we respect, we trust and we care for each other. Without teacher and parent, it is not possible to achieve our goals. Okay? Our goals are children's goals. So I request to all the parents that please cooperate with your children. Please help your children to do their work on time and according to the given assignments. In lockdown, when teachers are not available physically with your child, with you also, they are not available physically to help your child. Okay, but we are mentally here. You can call us, you can comment, you can ask us through message or call, anything, any type of communication method you means आप ਤੁਸੀਂ ਕਿਸੇ ਵੀ ਮੈਥਡ ਨਾਲ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਤੇ ਐਟ ਦਿਸ ਟਾਈਮ ਯੂ ਆਰ ਅ ਟੀਚਰ ਆਫ ਯੋਰ ਚਾਈਲਡ ਐਜ਼ ਵੈਲ ਐਜ਼ ਅ ਗਾਈਡ ਆਫ ਯੋਰ ਚਾਈਲਡ। ਯੂ ਜਸਟ ਹੈਲਪ ਯੋਰ ਚਿਲਡਰਨ to set their goals and to achieve their goals. You help your children to connect with their studies. So please help and cooperate with your child and stay home, stay safe and keep others safe. Thank you so much.